और आज के जो प्रोग्राम है उसके जो सूत्रधार हैं मिस्टर दर्शन सिंह फ्रॉम फॉरेक्स फास्टनर्स। सो मैं रिक्वेस्ट करूंगा दर्शन सिंह जी से कि काइंडली वो वोट ऑफ थैंक्स भी प्रेजेंट करें और एट द सेम टाइम जो है वो अपने व्यूज़ भी साथ में से ही इज़ आल्सो वेरी सीनियर मेंबर फ्रॉम फॉरेक्स फास्टनर्स इंडस्ट्री। सो मिस्टर दर्शन सिंह जी फ्रॉम फॉरेक्स फास्टनर्स। डायल ਤੇ ਬੈਠੇ ਦੀਪਕ ਅਗਰਵਾਲ ਜੀ, ਅੱਜ ਦੇ ਸਾਡੇ ਚੀਫ ਗੈਸਟ ਸਾਹਿਬ, ਸਾਡੇ ਡਾਇਨਾਮਿਕ ਪ੍ਰਧਾਨ ਨਰਿੰਦਰ ਭੰਵਰਾ ਜੀ, ਸਾਡੇ ਸੀਨੀਅਰ ਕਾਲੋ ਸਾਹਿਬ ਤੇ ਕੋਚ ਸਾਹਿਬ, ਕਟੋਚ ਸਾਹਿਬ ਜੀਐਮ, ਜਿਹੜੇ ਕਿ ਬੜੇ ਸਾਡੀ ਰੀੜ ਦੀ ਹੱਡੀ ਨੇ ਲੁਧਿਆਣੇ ਦੀ ਇੰਡਸਟਰੀ ਦੇ, ਕਿਉਂਕਿ ਕਹਿੰਦੇ ਜਿੱਥੇ ਇੰਡਸਟਰੀ ਸਰਕਾਰ ਨੇ ਡਿਵੈਲਪ ਕਰਨੀ ਹੁੰਦੀ ਹੈ ਉੱਥੇ ਬੇਸਿਕ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਵਨ ਆਫ ਦਾ ਬੇਸਿਕ ਥਿੰਗ ਹੈ ਕਿ ਸਾਡੇ ਕੋਲ ਆਟੋ ਪਾਰਟਸ ਤੇ R&D ਸੈਂਟਰ ਹੈ, ਤੇ ਉਸ ਤੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਮਿਲ ਜਾਂਦੀਆਂ, ਜਿਸ ਕਰਕੇ ਸਮਾਲ ਸਕੇਲ ਇੰਡਸਟਰੀ ਗਰੋ ਕੀਤੀ ਹੈ। ਤੇ ਆਏ ਹੋਏ ਮੇਰੇ ਇੰਡਸਟਰੀਅਲ ਭਰਾਵੋ, ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਅਦ 'ਚ ਸਪੀਚ ਦੇਣ ਦਾ ਫਾਇਦਾ ਇਹ ਹੁੰਦਾ ਕਿ ਕੁਛ ਰਹਿੰਦਾ ਹੀ ਨਹੀਂ ਬੋਲਣ ਨੂੰ। ਅੱਜ ਇਹਨਾਂ ਨੇ ਇੰਨੇ ਵੈਲ ਡਿਫਾਈਨ ਨਾਲ ਢੰਗ ਨਾਲ ਸਾਰੀਆਂ ਗੱਲ ਕਰਦੀ ਹੈ, ਪਰ ਅੱਜ ਆਪਣਾ ਮਿਲਣ ਦਾ ਸਬਬ ਬੜਾ ਡਿਫਰੈਂਟ। ਆਪਾਂ ਮਿਲਦੇ ਰਹਿੰਦੇ ਹਾਂ, ਵਿਆਹ ਸ਼ਾਦੀਆਂ 'ਚ ਮਿਲਦੇ ਆ, ਪਰ ਇਹੋ ਜਿਹੇ ਸਬਬ ਲਈ, ਕਿਉਂਕਿ ਸਾਡੀ ਜਿਹੜੀ ਰੋਜੀ ਰੋਟੀ ਹੈ ਉਹ ਨਟ ਬੋਲਟ ਹੈ, ਔਰ ਨਟ ਬੋਲਟ ਜਿਸ ਵੀ ਫੈਕਟਰੀ ਦੇ ਵਿੱਚ ਅਗਰ ਪ੍ਰੋਡਕਟ ਵਧੀਆ ਬਣ ਜਾਏ ਤਾਂ ਉਸਦਾ ਘਰ ਵਧੀਆ ਚੱਲ ਜਾਂਦਾ ਹੈ। ਘਰ ਵਧੀਆ ਚੱਲ ਗਿਆ ਤਾਂ ਇਲਾਕੇ ਦੀ ਸ਼ਾਨ ਬਣ ਜਾਂਦੀ ਹੈ ਕਿ ਆਹ ਫੈਕਟਰੀ ਬੜੀ ਵਧੀਆ ਚੱਲਦੀ ਹੈ। ਇਲਾਕੇ ਦੀ ਸ਼ਾਨ ਬਣਦੀ ਹੈ ਤਾਂ ਸ਼ਹਿਰ ਦੀ ਬਣ ਜਾਂਦੀ ਹੈ, ਸ਼ਹਿਰ ਦੀ ਬਣਦੀ ਹੈ ਸਟੇਟ ਦੀ ਬਣਦੀ ਹੈ, ਸਟੇਟ ਦੀ ਬਣਦੀ ਹੈ ਤਾਂ ਕੰਟਰੀ ਦੀ ਬਣਦੀ ਹੈ। ਤੇ ਮੈਂ ਅਗਰਵਾਲ ਜੀ ਤੇ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ 10-12 ਸਾਲ ਪਹਿਲਾਂ ਦੀ ਗੱਲ ਹੈ, 20 ਸਾਲ ਪਹਿਲਾਂ ਦੀ ਗੱਲ ਹੈ ਕਿ ਜਦੋਂ ਅਸੀਂ ਇੰਟਰਨੈਸ਼ਨਲ ਜਾਂਦੇ ਸੀ ਤਾਂ ਲੁਧਿਆਣੇ ਦਾ ਨਾਮ ਸੀ ਚੀਪ ਬ੍ਰਾਂਡ, ਚੀਪ ਲੁਧਿਆਣਾ, ਕਿ ਸਭ ਤੋਂ ਸਸਤੀ ਚੀਜ਼ ਲੁਧਿਆਣੇ 'ਚ ਮਿਲਦੀ ਹੈ। ਸਾਡੀ ਬੜੀ ਪ੍ਰੋਬਲਮ ਇਹ ਹੈ ਕਿ ਅਸੀਂ ਫਿਜ਼ੀਕਲੀ ਵੀ ਆਰ ਫਾਰ ਅਵੇ ਫਰੋਮ ਦਾ ਪੋਰਟ, ਉਹ ਵੀ ਸਾਡੀ ਪ੍ਰੋਬਲਮ ਹੈ। ਸਾਡੇ ਕੋਲ ਲੇਬਰ ਵੀ ਸਾਰੀ ਬਾਹਰੋਂ ਹੀ ਆਉਂਦੀ ਹੈ, ਹੋਰ ਤਾਂ ਹੋਰ ਸਾਡੇ ਕੋਲ ਸਟੀਲ ਵੀ ਸਾਰਾ ਬਾਹਰੋਂ ਆਉਂਦਾ। ਸੋ ਦਿਸ ਇਜ਼ ਜਸਟ ਅ ਪ੍ਰੋਸੈਸਿੰਗ ਪਲਾਨ। ਸਾਨੂੰ 2 ਰੁਪਏ ਕਿਲੋ ਲਿਆਉਣ ਦੇ ਪੈਂਦੇ ਆ, 2 ਰੁਪਏ ਕਿਲੋ ਛੱਡਣ ਦੇ ਪੈਂਦੇ ਆ, ਬਟ ਸਟਿਲ ਇੰਡੀਆ ਦੇ ਵਿੱਚ, ਵਰਲਡ ਦੇ ਵਿੱਚ ਅਗਰ ਕੋਈ ਕੰਪੀਟੀਸ਼ਨ ਕਰ ਸਕਦਾ ਆ ਚਾਈਨਾ ਨੂੰ, ਉਹ ਹੈ ਇੰਡੀਆ, ਔਰ ਇੰਡੀਆ ਦੇ ਵਿੱਚ ਹੈ ਤਾਂ ਉਹ ਲੁਧਿਆਣਾ। ਤਾਂ ਦੈਟ ਕਾਈਂਡ ਆਫ ਸਪਿਰਿਟ ਇਜ਼ ਵਿਦ ਆਵਰ ਇੰਡਸਟਰੀਜ਼, ਜਿਨ੍ਹਾਂ ਨੇ ਸਭ ਤੋਂ ਮਹਿੰਗੀ ਚੀਜ਼ ਹੁੰਦੇ ਹੋਏ ਵੀ, ਸਾਨੂੰ ਸਟੀਲ ਵੀ ਮਹਿੰਗਾ ਮਿਲਦਾ, ਲੇਬਰ ਵੀ ਬਾਹਰੋਂ ਆਉਂਦੀ ਆ, ਫਿਰ ਵੀ ਅਸੀਂ ਪ੍ਰੋਸੈਸ ਕਰਕੇ ਚਾਈਨਾ ਨੂੰ ਟੱਕਰ ਦੇਣ ਦੀ ਪੋਜੀਸ਼ਨ 'ਚ ਆ। ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਗੌਰਮੈਂਟ ਇਸ ਗੱਲ ਦਾ ਖਾਸ ਧਿਆਨ ਰੱਖੇ। ਤੁਸੀਂ ਤਾਂ ਸਾਨੂੰ ਹੀ ਦੁੱਖੜੇ ਸੁਣਾਤੇ ਕਿ ਭਾਈ ਅਸੀਂ ਤਾਂ ਆਪ ਸੈਲਫ ਡਿਪੈਂਡੈਂਟ ਆ, ਅਸੀਂ ਆਹ ਨਹੀਂ ਕਰ ਸਕਦੇ, ਅਸੀਂ ਆਹ ਨਹੀਂ ਕਰ ਸਕਦੇ। ਪਰ ਇੱਕ ਗੱਲ ਬੜਾ ਫੈਕਟ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਹਾਂ ਕਿ ਇਸ ਦੇਸ਼ ਦੇ ਵਿੱਚ ਜਿਹੜੀ ਸਮਾਲ ਸਕੇਲ ਇੰਡਸਟਰੀ ਦੀ ਗੱਲ ਸੁਣੀ ਨਹੀਂ ਜਾਂਦੀ। ਅੱਜ ਸਟੀਲ ਦਾ ਇਹਨਾਂ ਨੇ BIS ਦਾ ਲਗਾਤਾ, ਤੇ ਇਹਨਾਂ ਨੇ ਇੱਕ ਬੜਾ ਵਧੀਆ ਢੰਗ ਨਾਲ ਸਮਝਾਇਆ ਕਿ ਮੈਂਡੇਟਰੀ ਕੀ ਹੁੰਦਾ ਤੇ ਉਹ ਕੀ ਹੁੰਦਾ। ਠੀਕ ਹੈ ਜੀ, ਸਾਰਾ ਵਰਲਡ ਇਹਨਾਂ ਜਿਵੇਂ ਦੱਸਿਆ ਕਿ 47 ਰੁਪਏ ਕਿਲੋ ਸਟੀਲ ਮਿਲਦਾ ਹੈ। ਤੁਸੀਂ ਅੱਜ ਰਸ਼ੀਆ ਤੋਂ ਇੰਪੋਰਟ ਕਰ ਲਓ, ਉਹ ਕਰ ਲਓ, ਕੁਛ ਵੀ ਕਰ ਲਓ, ਲੇਕਿਨ ਸਾਡੇ ਜਿਹੜੇ 4-5 ਵੱਡੇ ਘਰ ਨੇ, JSPL, ਜਿੰਦਲ, ਇਹਨਾਂ ਨੇ ਇੰਪੋਰਟ ਰੋਕਣ ਲਈ BIS ਵੀ ਲਵਾ ਲਈ ਤੇ ਆਪ ਵੀ ਸਾਰਾ ਕੁਝ ਕਰ ਲਿਆ। ਪਰ ਉਹਨਾਂ ਨੂੰ ਇਹ ਵੀ ਤਾਂ ਪਤਾ ਹੈ ਤਾਂ ਉਹਨਾਂ ਦਾ ਪ੍ਰੋਡਕਟ ਅਸੀਂ ਹੀ ਖਰੀਦਣਾ, ਤੇ ਹਾਊ ਵੀ ਕੈਨ ਕੰਪੀਟ ਵਿਦ ਦਾ ਚਾਈਨਾ। ਤੁਹਾਡੀ ਵਾਲੀ ਥਿਊਰੀ ਦੇ ਮੁਤਾਬਕ ਹੀ ਤਾਂ ਤੁਸੀਂ ਇਹ ਕਿਹਾ ਨਾ ਕਿ ਤੁਹਾਡੇ ਉੱਤੇ IS ਲੈਣਾ ਜ਼ਰੂਰੀ ਹੋ ਜਾਣਾ, ਤਾਂ ਨੈਚੁਰਲੀ ਉਹ ਤਾਂ ਬੇਸਿਕ ਰॉ ਮਟੀਰੀਅਲ ਸਪਲਾਇਰ ਨੇ, ਪ੍ਰੋਡਕਟ ਤਾਂ ਸਾਡੇ ਕੋਲ ਬਣਨਾ, ਕੰਪੀਟ ਤਾਂ ਅਸੀਂ ਉਹਨਾਂ ਨਾਲ ਕਰਨਾ। ਉਹ ਉਲਟਾ ਆਪਣੇ ਆਪ ਨੂੰ ਕੰਪੀਟ ਕਰਨ ਲੱਗੇ। ਤੁਸੀਂ ਡਾਟਾ ਦੇਖ ਲਓ ਐਕਸਪੋਰਟ ਦਾ, ਸਾਡਾ ਰॉ ਸਟੀਲ ਚਾਈਨਾ ਨੂੰ ਐਕਸਪੋਰਟ ਹੋ ਰਿਹਾ। ਥਿੰਗਸ ਆਰ ਹੈਪਨਿੰਗ ਇਨ ਅ ਸੱਚ ਅ ਵੇ, ਜਿਹੜੇ ਵੱਡੇ ਬੰਦੇ ਨੇ ਉਹ ਇੰਨਾ ਆਰਗੇਨਾਈਜ਼ ਕਰ ਲੈਂਦੇ ਨੇ ਕਿ ਉਹਨਾਂ ਨੇ ਆਪਦੇ ISI ਮਾਰਕ ਲੈ ਕੇ ਉਹਨਾਂ ਨੂੰ ਬੰਦ ਕਰਤਾ, ਆਪਦੀ ਉੱਥੇ ਐਕਸਪੋਰਟ ਕਰਨ ਲੱਗ ਗਏ। ਤੋ ਥਿੰਗਸ ਆਰ ਹੈਪਨਿੰਗ ਇਨ ਅ ਵੈਰੀ ਰੋਂਗ ਵੇ। ਤੁਹਾਡਾ ਮੈਂਡੇਟਰੀ ਵਾਲਾ ਢੰਗ ਬਹੁਤ ਵਧੀਆ, ਉਹ ਸਵਿਚਸ ਲਈ ਬੜਾ ਗੁੱਡ ਹੈ, ਟੁਆਇਜ਼ ਲਈ ਵੀ ਗੁੱਡ ਕੀਤਾ, ਪਰ ਸਾਨੂੰ ਇਹ ਨਹੀਂ ਸਮਝ ਆਉਂਦੀ ਅਸੀਂ ਲੁਧਿਆਣੇ ਵਾਲੇ ਕਿੱਥੇ ਰਹਿ ਜਾਂਦੇ ਆ। ਸਾਡੀ ਨਟਬੋਲਟ ਇੰਡਸਟਰੀ, ਸਕਰੂ ਇੰਡਸਟਰੀ, ਡਰਾਈਵਰ ਸਕਰੂ ਇੰਨਾ ਯੂਜ਼ ਹੁੰਦਾ ਵਰਲਡ 'ਚ, ਔਰ ਜਦੋਂ ਹੁਣ ਸਕਰੂ ਕਹਿ ਦਿੰਦੇ ਆ ਉਹ ਕਹਿੰਦੇ ਇੰਡੀਆ 'ਚ ਬਾਹਰ ਹੀ ਕੱਢ ਦਿਓ। ਇਟ ਇਜ਼ ਨਾਟ ਅ ਪਾਰਟ ਆਫ ਚਾਈਨੀਜ਼ ਪ੍ਰੋਡਕਟ ਆ। ਉਹ ਚਾਈਨੀਜ਼ ਪ੍ਰੋਡਕਟ ਕਦੋਂ ਬਣ ਗਿਆ? ਅੰਮ੍ਰਿਤਸਰ ਮੇਰੇ ਖਿਆਲ 50 ਸਾਲ ਤੋਂ ਬਣਾਉਂਦੇ ਪਏ ਫਾਸਟ, ਇਹ ਬਿਲਕੁਲ ਹੀ ਐਬਸੋਲੂਟ ਹੋ ਗਏ। ਅਸੀਂ ਤਾਂ ਫੇਰ ਚਲੋ ਇਕੱਠੇ ਹੋ ਕੇ ਧੱਕਾ ਧੁੱਕਾ ਲਾ ਲੈਂਦੇ ਹਾਂ ਆਪਸ 'ਚ। ਹੁਣ ਦੇਖੋ ਸਟੀਲ ਤੇ ਤਾਂ ਅਸੀਂ ਤੁਹਾਨੂੰ ਇਹ ਗੱਲ ਕਰਨੀ ਆ ਕਿ ਜਿਹੜਾ ਇੰਪੋਰਟ ਚਾਈਨਾ ਤੋਂ ਹੋ ਰਹੀ ਹੈ,
ਇੱਕ ਇਹਨਾਂ ਨੇ ਭਾਈ ਸਾਹਿਬ ਨੇ ਰੇਜ਼ ਕੀਤਾ ਸੀ ਕਿ 8.8 ਲਿਖਿਆ ਹੁੰਦਾ ਵਿੱਚੋਂ 4.8 ਹੁੰਦਾ, ਸੋ ਦੈਟ ਕਾਈਂਡ ਆਫ ਥਿੰਗਸ ਆਰ ਮਿਸ ਚੀਜ਼ਿੰਗ ਆਰ ਹੈਪਨਿੰਗ। ਤਾਂ ਉਸ ਚੀਜ਼ ਨੂੰ ਰੋਕਣ ਲਈ ਦਿਸ ਇਜ਼ ਯੂਅਰ ਡਿਊਟੀ, ਯੂਅਰ ਡਿਪਾਰਟਮੈਂਟ ਡਿਊਟੀ, ਕਿ ਜੇ ਤੁਸੀਂ ਸਮਝਦੇ ਹੋ ਕਿ ਸਵਿਚ 'ਚ ਪਾ ਕੇ ਕਰੰਟ ਲੱਗਦਾ ਇਹ ਤੁਹਾਡੀ ਗਲਤਫਹਿਮੀ ਆ। ਬ੍ਰਿਜ ਗਿਰੇ ਤੇ ਵੀ ਕਰੰਟ ਲੱਗਦਾ, ਹਜ਼ਾਰਾਂ ਲੋਕ ਮਰਦੇ, ਸਵਿਚ ਤੇ ਤਾਂ ਇੱਕ ਮਰਦਾ। ਜਦੋਂ ਬ੍ਰਿਜ ਗਿਰਦਾ ਹੈ ਨਾ, ਉਹ ਬ੍ਰਿਜ ਨਟਬੋਰਡ ਤੇ ਗਿਰਦਾ। ਇੱਥੇ ਰੇਲਵੇ ਦੇ ਐਕਸੀਡੈਂਟ ਹੋਏ ਨੇ, ਹਰੇਕ ਦੇ ਵਿੱਚ ਐਂਡ ਆਫ ਦਾ ਫਾਈਂਡਿੰਗ ਫਾਸਟਨਰ ਤੇ ਕੱਢੀ ਗਈ। ਉਹ ਫਾਸਟਨਰ ਵੀ ਉਨਾ ਹੀ ਇੰਪੋਰਟੈਂਟ ਆ ਜਿੰਨੇ ਟਵਾਈਸ ਇੰਪੋਰਟੈਂਟ ਨੇ ਜਿੰਨੇ ਉਹ ਇੰਪੋਰਟੈਂਟ ਨੇ। ਇਸ ਕਰਕੇ ਅਸੀਂ ਰਿਕੁਐਸਟ ਕਰਾਂਗੇ, ਅਸੀਂ ਤਾਂ ਸਾਰੇ ਲੈਣ ਨੂੰ ਤਿਆਰ ਆ ISI ਨੌਕਸ। ਕੋਈ ਇੰਡਸਟਰੀਲਿਸਟ ਤੁਸੀਂ ਤਾਂ ਇਹ ਵੀ ਕਹਿ ਦੋਗੇ ਮੈਂਬਰਸ਼ਿਪ ਲਊਗਾ ਤੇ ਨਾਲ ISI ਮਾਰਕ ਮਿਲ ਜੂਗਾ, 20,000 ਫੀਸ ਰੱਖ ਦੋ, ਅਸੀਂ ਉਸੇ ਚਾਰਜ ਕਰਕੇ ਮੈਂਬਰ ਬਣਾ ਦਿੰਦੇ ਆ ਪੱਕੇ। ਦਿਸ ਇਜ਼ ਵਨ ਪੁਆਇੰਟ। ਤਾਂ ਅਸੀਂ ਚਾਹਾਂਗੇ, ਅਸੀਂ ISI ਮਾਰਕ ਲੈਣ ਤੋਂ ਨਹੀਂ ਡਰਦੇ, ਅਸੀਂ ਤਾਂ ਭੱਜੇ ਫਿਰਦੇ ਹਾਂ ਤੁਹਾਡੇ ਮਗਰ ਮਗਰ। ਤੇ ਇੱਕ ਇਹਨਾਂ ਨੇ ਗੱਲ ਦੱਸੀ ਸੀ ਕਿ ਵੀ ਡਰਾਈਵਲ ਦੇ ਸਟੈਂਡਰਡ ਹੈ ਨਹੀਂ ਗੇ। ਉਹ ਜੋ ਮੇਰੀ ਨੌਲੇਜ ਅਪ ਟੂ ਮਾਰਕ, ਇੰਡੀਆ ਦੇ ਸਾਰੇ ਸਟੈਂਡਰਡ DIN ਤੋਂ ਫੋਲੋ ਕੀਤੇ ਹੋਏ ਨੇ। ਉਹਦੇ ਵਿੱਚੋਂ ਜਿਵੇਂ ਹੁਣ ਇਹਨਾਂ ਨੇ ਉਹ 'ਚ ਮੈਸ ਆਫ ਕੋਟਿੰਗ ਹਟਾਤਾ, ਜਿਵੇਂ ਹੁਣ ਦੱਸਿਆ ਇਹਨਾਂ ਨੇ 1364 ਦੇ ਵਿੱਚ ਹਟਾਤਾ, ਤਾਂ ਉਹ ਉਸੇ ਤਰ੍ਹਾਂ ਹੀ ਐਬਸੋਲੂਟ ਕੀਤੇ ਹੋਏ ਨੇ। ਸੋ ਦੈਟ ਨੀਡ ਟੂ ਬੀ, ਕਿਉਂਕਿ ਸਾਡੀ ਜਿਹੜੀ ISI ਹੈ ਇਹ ਟੋਟਲੀ ਬੇਸ ਔਨ ਦਾ DIN ਸਟੈਂਡਰਡ, ਟੋਟਲ ਬੇਸ ਔਨ 99। ਵੀ ਫਰਸਟਲੀ ਇਹ ਤਾਂ ਹੁਣ ਅਸੀਂ ISO ਨੂੰ ਫੀਸ ਦੇਣ ਲੱਗ ਗਏ, ਆਈ ਡੋਂਟ ਨੋ ਵਾਈ, ਕਿਉਂਕਿ ਜਦੋਂ DIN ਦਾ ਅਸੀਂ ਬੇਸ ਲਿੱਤਾ ਹੋਇਆ, ਅਸੀਂ ਬਿਲਡਿੰਗ ਉੱਤੇ ISO ਦੀ ਬਣਾਉਣ ਲੱਗ ਗਏ। ਸਾਡੇ ਜਿਹੜੇ ਸਟੈਂਡਰਡਸ ਨੇ ਆਲ ਆਰ 99% ਫੋਲੋ ਫਰੋਮ ਦਾ DIN। ਤੇ DIN ਨੂੰ ਅਸੀਂ 1976 ਤੋਂ ਰਾਇਲਟੀ ਬੰਦ ਕਰਤੀ। ਹੁਣ ਤੁਸੀਂ ISO ਨਾਲ ਕੋਆਰਡੀਨੇਟ ਕਰ ਲਿਆ, ਸਾਨੂੰ ਕੋਈ ਬੁਰਾ ਨਹੀਂ, ISO ਨਾ ਕਰ ਲਓ, ਬਟ ਥਿੰਗ ਇਜ਼ ਦੈਟ ਕਿ ਸਟੈਂਡਰਡ ਤਾਂ ਪੂਰੇ ਆ ਜਾਣ। ਬੇਸਿਕਲੀ ਇਹ ਤਾਂ ਜਦੋਂ ਇੰਡੀਆ ਨੇ ਫੋਲੋ ਸ਼ੁਰੂ ਕੀਤਾ ਸੀ ਉਦੋਂ ਹੀ ਨਾ ਕਰਦੇ, ਉਦੋਂ ਹੀ ISO ਕਰ ਲੈਂਦੇ। ਵਾਂਸ ਯੂ ਮੇਕ ਏ ਬੇਸ, ਜਿਹੜਾ DIN ਦਾ ਬੇਸ ਹੈ ਸਾਡਾ ਬਣਿਆ ਆ, ਤੁਸੀਂ ਕੋਈ ਵੀ ਡਾਈਮੈਂਸ਼ਨਸ ਲੈ ਲਓ, ਕੋਈ ਵੀ ਉਹ ਲੈ ਲਓ, ਦੈਟ ਇਜ਼ ਇਕੁਅਲ ਟੂ DIN। ਦਿਸ ਇਜ਼ ਵੈਰੀ ਇੰਪੋਰਟੈਂਟ। ਇੱਕ ਆ ਜਾਂਦਾ ਕਿ ਸਾਨੂੰ ਨਾ ਬੜੀ ਵੱਡੀ ਪ੍ਰੋਬਲਮ ਆ, ਜਿਹੜੀ ਹੁਣ ਵੀ ਸਟੀਲ ਵਾਲੇ ਭਾਜੀ ਵੀ ਇੰਟਰਸਟ ਕਰ ਰਹੇ ਆ, ਕਿ ਤੁਸੀਂ ਵੀ ਹਾਈਲਾਈਟ ਕੀਤਾ ਵੀ ਉਹ ਕਾਰਬਨ ਘਟਾ ਦਿੰਦੇ ਆ, ਸਲਫਰ ਘਟਾ ਦਿੰਦੇ ਆ। ਅੱਜ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਅਸੀਂ ਜਦੋਂ ਵੀ ਇੰਟਰਨੈਸ਼ਨਲ ਜਾਂਦੇ ਆ, ਕਿਤੇ ਵੀ ਜਾਂਦੇ ਆ, ਸਾਡਾ ਕੰਪੀਟੀਸ਼ਨ ਕਿਹਦੇ ਨਾਲ? ਚਾਈਨਾ ਨਾਲ। ਤੇ ਚਾਈਨਾ ਨਾਲ ਲਿਖ ਦਿੰਦਾ ਕਿ ਉਹ 429 ਕੋਈ ਵੀ ਸਟੈਂਡਰਡ ਲਿਖਤਾ, ਅਸੀਂ ਕਮਲੇ ਉਹ ਲੱਭੀ ਜਾਂਦਾ ਸਾਡਾ ਕਿੱਥੇ ਆ। ਵੀ ਡੋਂਟ ਹੈਵ ਅ ਰੈਫਰੈਂਸ ਬੁੱਕ। ਅੱਧੇ ਆਰਡਰ ਤਾਂ ਇੱਥੇ ਹੀ ਮਿਸ ਹੋ ਜਾਂਦੇ, ਸਾਨੂੰ ਉਹਨਾਂ ਦੀ ਭਾਸ਼ਾ ਨਹੀਂ ਸਮਝ ਆਉਂਦੀ। ਸੋ ਆਈ ਵਾਂਟ ਕਿ ਤੁਸੀਂ ਇੱਕ ਸਾਨੂੰ ਬੁੱਕ ਕੋਰਿਲੇਟ ਕਰਕੇ ਦਿਓ ਜਿਹਦੇ ਵਿੱਚ ਜਿਹੜੇ ਚਾਈਨੀਜ਼ ਸਟੈਂਡਰਡ ਪਬਲਿਸ਼ ਹੋਏ ਹੋਏ ਨੇ ਤੇ ਇੰਡੀਅਨ ਸਟੈਂਡਰਡ ਵੀ ਪਬਲਿਸ਼ ਹੋਏ ਹੋਏ ਨੇ, ਉਹਨਾਂ ਦੀ ਕੋਰਿਲੇਸ਼ਨ ਬੁੱਕ ਸਾਨੂੰ ਬਹੁਤ ਜ਼ਰੂਰੀ ਹੈ। ਸਪੈਸ਼ਲੀ ਉਹਦੇ ਵਿੱਚ 4 ਕੰਬੀਨੇਸ਼ਨ ਹੋਵੇ, ਚਾਈਨਾ ਦਾ ਤੇ ਇੱਕ ਅਮਰੀਕਨ ਦਾ ਤੇ ਇੱਕ ਡੁਚ DIN EN, ਕਿਉਂਕਿ ਇਹ 4 ਸਟੈਂਡਰਡਾਂ ਦੀ ਕੋਰਿਲੇਸ਼ਨ ਬੁੱਕ, ਸੀਲ ਬੁੱਕਾਂ ਬਹੁਤ ਅਵੇਲੇਬਲ ਨੇ। ਉਹਨਾਂ ਨੇ ਕੀ ਕੀਤਾ, ਰਸ਼ੀਅਨ ਵੀ ਪਾਤਾ, ਉਹ ਵੀ ਪਾਤਾ, ਉਹ ਵੀ ਪਾਤਾ। ਉਹ ਅਸੀਂ ਇੰਨੇ ਸਮਾਲ ਸਕੇਲ ਵਾਲੇ ਬੰਦੇ, ਅਸੀਂ ਐਡੀ ਮੋਟੀ ਬੁੱਕ ਦੇ ਕੇ ਵੈਸੇ ਡਰ ਜਾਂਦੇ ਹਾਂ। ਤੁਸੀਂ ਹਿਸਾਬ ਲਾ ਲਓ, ਸਾਡੇ ਪੂਰੇ ਲੁਧਿਆਣੇ 'ਚ ਕੋਈ PhD ਬੈਠੇ ਨੇ ਤੁਹਾਡੇ ਨਾਲ। ਇਹ ਬੜਾ ਇੰਪੋਰਟੈਂਟ ਆ। ਦੀਪਕ ਜੀ ਇੱਕ ਗੱਲ ਕਹਿਣੀ ਆ, ਤੁਸੀਂ ਗੱਲਾਂ ਬਹੁਤ ਵਧੀਆ ਮਾਰਦੇ ਹੋ, ਸਾਰੇ ਚੁੱਪ ਕਰਾ ਦੇ। ਤੁਸੀਂ ਆਪ ਹੀ ਹਿਸਾਬ ਲਾ ਲਓ। ਨਹੀਂ ਟਾਈਮ ਬਾਉਂਡ ਡਿਲੀਵਰੀ ਦੀ ਗੱਲ ਨਹੀਂ, ਵੈਸੇ ਮੈਂ ਤੁਹਾਨੂੰ ਦੱਸਦਾ 10 ਸਾਲ ਹੋ ਗਏ, ਉਹ ਵਿਚਾਰਾ ਬੰਦਾ ਕਹਿੰਦਾ ਮੈਂ 12 ਸਾਲ ਹੋ ਗਏ। ਮੈਂ ਗੱਲਾਂ ਨਹੀਂ ਕਰ ਰਿਹਾ, ਇਹ ਗੱਲ ਆਈ ਐਮ ਟੈਲਿੰਗ ਯੂ ਟਾਈਮ ਬਾਉਂਡ। ਪਰ ਇਹ ਬੜਾ ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ। ਅਸੀਂ ਅੱਜ ਤੋਂ 10 ਸਾਲ ਪਹਿਲਾਂ ਨਾ ਇਹ ਸੈਮੀਨਾਰ ਕਰਾਇਆ ਸੀ, ਤੇ ਵਿਦਿਨ 10 ਈਅਰ ਅਸੀਂ ਐਵਰੀ ਈਅਰ ਅਪਰੋਚ ਕੀਤੀ ਹੈ, ਬਟ ਹੀ ਇਜ਼ ਦਾ ਫਰਸਟ ਆਫੀਸਰ ਹੂ ਇਨੀਸ਼ੀਏਟਡ। ਇਹ ਉਹਨਾਂ ਦੀ ਉਹ ਦੇਰ ਆਏ ਦਰੁਸਤ ਆਏ, ਚਲੋ ਆਏ ਤਾਂ ਸਹੀ, ਸਾਡੀ ਕੋਈ ਸੁਣਨ ਦਾ ਲੱਗਿਆ ਨਹੀਂ, ਤਾਂ ਸਾਡਾ ਕੋਈ ਸੁਣਦਾ ਹੀ ਨਹੀਂ। ਵਿੱਚ ਗੱਲ ਰਹਿ ਜੇਗੀ, ਆਪਾਂ 3 ਮੈਂਬਰ ਸਰ ਕੁਆਟਰਲੀ ਨਾ ਇੱਕ ਫਰੇਮ ਬਣਾ ਦਿਓ ਕਿ ਕੁਆਟਰਲੀ ਮੀਟਿੰਗ ਸਾਡੀ ਫਾਸਟਨਰ ਐਸੋਸੀਏਸ਼ਨ 'ਚ ਤੁਹਾਡੇ ਡਿਪਾਰਟਮੈਂਟ ਦੀ ਸ਼ੋਰ ਬਣਾ ਦਿਓ ਕਿ ਪੱਕਾ ਆਣਾ ਹੀ ਆਣਾ। ਉਹ ਤੁਸੀਂ ਜਿਵੇਂ ਇੱਕ ਮੈਂਡੇਟਰੀ ਵਾਲਾ ਬਣਾਇਆ ਨਾ, ਉਹ ਬਣਾ ਦਿਓ, ਫਿਰ ਉਹਦੇ 'ਚ ਕੀ ਅਸੀਂ ਆਪਦੇ ਫੀਚਰਸ ਦਿੰਦੇ ਰਵਾਂਗੇ। ਇੱਕ ਦੂਸਰਾ ਸਰ ਜਦੋਂ ਆਪਾਂ ਨਾ ਸਟੈਂਡਰਡ ਡਾਊਨਲੋਡ ਕਰਦੇ ਆ ਤੁਹਾਡੇ, ਤੁਸੀਂ ਕਹਿ ਤਾਂ ਫ੍ਰੀ ਹੈ, ਤੁਸੀਂ ਉਹ ਵੀ
ਵੀ ਲੌਜੀਕ ਦੱਸਦਾ ਕਿ ਵੀ ਉਹ 500 ਰੁਪਏ ਦਾ ਹੁੰਦਾ, ਦੂਜਾ 5000 ਰੁਪਏ ਦਾ ਕਰ ਦਿੰਦੇ ਜੇ ਤੁਸੀਂ ਇੰਟਰਨੈਸ਼ਨਲ ਬਾਇੰਗ ਕਰਦੇ ਹੋ। ਉਹਦੇ ਵਿੱਚ ਨਾ ਜਦੋਂ ਡਾਊਨਲੋਡ ਦੀ ਫੈਸਿਲਿਟੀ ਹੈ, ਉਹ ਜਦੋਂ ਮੈਂਬਰ ਬਣਦਾ ਦੈਟ ਇਜ਼ ਵੈਰੀ ਕੰਪਲਿਕੇਟਡ, ਉਹਨੂੰ ਥੋੜਾ ਸਿੰਪਲੀਫਾਈਡ ਕਰੋ। लॉगिन करके ਤੁਸੀਂ ਕੋਈ ਵੀ ਚੀਜ਼ ਕਰਨੀ ਹੈ ਲॉगिन ਤਾਂ ਕਰਨਾ ਹੀ ਪੈਂਦਾ ਹੈ ਨਾ, ਆਪਣਾ ਨਾਮ ਭਰਨਾ ਹੈ, ਈਮੇਲ ਭਰਨੀ ਹੈ, ਫੋਨ ਨੰਬਰ ਭਰਨਾ ਹੈ, ਉਹ ਭਰਦੇ ਹੀ ਤੁਹਾਨੂੰ ਐਜ਼ ਜਿਹੜੇ ਲਾਇਸੈਂਸੀ ਨੇ ਯੂ ਆਰ ਆਲਰੇਡੀ ਲੌਗਡ ਇਨ, ਸੋ ਯੂ ਆਰ ਦ ਲਾਇਸੈਂਸੀ, ਯੂ ਕੈਨ ਆਲਵੇਜ਼ ਬਾਈ ਇਟ ਫਰਮ ਨੋ ਯੋਰ ਸਟੈਂਡਰਡ ਬਿਕਾਜ਼ ਯੂ ਹੈਵ ਦੈਟ ਲੌਗਿਨ ਕ੍ਰੈਡੈਂਸ਼ੀਅਲ, ਇਟ ਇਜ਼ ਨਾਟ देयर। ਉਹ 2-3-4 ਮਿੰਟ ਲੱਗਦੇ ਨੇ ਸਾਨੂੰ ਬਣਾਉਣ ਲਈ। ਪਰ ਤੁਸੀਂ ਮੇਰੇ ਕਹੇ ਤੇ ਨਾ, ਤੁਹਾਡੇ ਹਿਸਾਬ ਨਾਲ ਤਾਂ ਬਹੁਤ ਸੌਖਾ, ਬਟ ਮੇਰੇ ਕਹੇ ਤੇ ਤੁਸੀਂ ਇੱਕ ਵਾਰ ਜ਼ਰੂਰ ਰਿਵਿਊ ਕਰਿਓ ਉਹਨੂੰ ਸਿੰਪਲੀਫਾਈਡ ਕਰਿਓ। WhatsApp ਤੇ ਨਾ ਤੁਹਾਨੂੰ ਗਾਈਡੈਂਸ ਡਾਕੂਮੈਂਟ ਭੇਜ ਦੇਣਗੇ, 3 ਸਟੈਪ ਦਾ ਕੰਮ ਹੈਗਾ, 3 ਜਾਂ 4 ਸਟੈਪ। ਠੀਕ ਹੈ ਜੀ। ਸਟੈਪ ਹਾਊ ਟੂ ਰੀਚ ਦ ਸਟੈਂਡਰਡ। ਅਸੀਂ ਨਾ ਮੇਕ ਮਾਈ ਟ੍ਰਿਪ ਦੇ ਟਿਕਟ ਖਰੀਦਦੇ ਆ। एक आपने बनाया हुआ था ना, ये बना हुआ योगराज, आप एक WhatsApp बना देना बाद में और सबको सर्कुलेट कर दीजिए कि हाउ टू डाउनलोड स्टैंडर्ड जस्ट बाय सिंपल। सो योगराज यू टेक दैट। ਸਰ ਜਿਹੜੀ ਨਾ ਸਭ ਤੋਂ ਇੰਪੋਰਟੈਂਟ ਜਿਹੜੀ ਹੁੰਦੀ ਹੈ ਨਾ, ਜਦੋਂ ਵੀ ਕੋਈ ਆਪਾਂ ਬਿਮਾਰੀ ਲੱਗ ਜਾਂਦੀ ਹੈ, ਬਿਮਾਰੀ ਲੱਗਣ ਤੋਂ ਪਹਿਲਾਂ ਅਗਰ ਉਹਦੀ ਅਵੇਅਰਨੈਸ ਹੋਵੇ ਤਾਂ ਬਿਮਾਰੀ ਲੱਗਦੀ ਨਹੀਂ ਹੈਗੀ। ਤਾਂ ਜਿਹੜਾ ਤੁਸੀਂ ਕਿਹਾ ਵੀ ਇਸ ਤਰ੍ਹਾਂ ਦੇ ਸਿਸਟਮ ਹੈ, ਤੁਸੀਂ ਸਾਡੀ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਨਾਲ ਬੈਠੇ ਨੇ, ਮੈਂਬਰ ਇਹਨਾਂ ਕੋਲ ਹੈਗੇ ਨੇ 1300-1400, ਤੁਸੀਂ ਇੰਨਾ ਇਨੀਸ਼ੀਏਟ ਕਰਾਓ ਸਾਡਾ ਸੌਖਾ ਕਿ ਕੋਈ ਵੀ ਮੈਂਬਰ ਉਹਦੇ ਵਿੱਚ ਕਲਿੱਕ ਕਰੇ ਤਾਂ ਇਮੀਡੀਏਟਲੀ ਡਾਊਨਲੋਡਿੰਗ ਹੋਵੇ ਸਟੈਂਡਰਡ ਦੀ, ਤੇ ਸਟੈਂਡਰਡ ਰੈਫਰੈਂਸ ਬੁੱਕ ਉਹ ਲਈ ਆਪਾਂ ਜਿਹੜੀ ਬਣਾਉਣੀ ਹੈ ਚਾਈਨਾ ਤੇ ਇੰਡੀਆ ਦੇ ਰੈਫਰੈਂਸ ਨੇ। ਹੁਣ ਇਹੀ ਨਹੀਂ ਪਤਾ ਲੱਗਦਾ ਐਵਰ ਤੁਸੀਂ 40-14 ਯੂਜ਼ ਕਰੀ ਜਾਂਦੇ ਹੋ ISO, ਤਾਂ ਵਾਈ ਵੀ ਯੂਜ਼ 13-14 ਅਸੀਂ ਕਿਉਂ ਯੂਜ਼ ਕਰਾਂਗੇ? ਕਿਉਂ ਤੁਸੀਂ ਆਪਦੇ ਸਟੈਂਡਰਡ ਦੀ ਜਿਹੜੀ ਇੰਪੋਰਟੈਂਸ ਆ ਉਹ ISO ਸਟੈਂਡਰਡਾਂ ਨੂੰ ਦੂਜਿਆਂ ਨੂੰ ਇੰਪੋਰਟੈਂਸ ਦੇ ਕੇ, ਸਾਡੇ ਜਦੋਂ ਆਪਾਂ ਇੰਸਪੈਕਸ਼ਨਾਂ ਹੁੰਦੀਆਂ ਨਾ ਤਾਂ ਬੜੀ ਪ੍ਰੋਬਲਮ ਆਉਂਦੀ ਹੈ। ਇੰਟਰਨੈਸ਼ਨਲ ਲਾਈਨ ਨਹੀਂ ਕਰਾਂਗੇ ਚੀਜ਼ਾਂ ਨੂੰ, ਐਕਸਪੋਰਟ ਕਰਨ ਤੁਹਾਨੂੰ ਡਿਫਿਕਲਟੀ ਹੋਏਗੀ, ਹੈ ਕਿ ਨਹੀਂ? ਸੋ ਥਿੰਗਸ ਆਰ ਜਿਹੜੀ ਉਹਦੀ ਨੋਟੀਫਿਕੇਸ਼ਨ ਹੈ ਨਾ ਸਾਨੂੰ ਆਣੀ ਚਾਹੀਦੀ। ਦੇਖੋ ਮੈਂ ਤੁਹਾਨੂੰ ਦੱਸਦਾ ਕਿ ਦੇਖੋ ਤੁਸੀਂ ਜਿੰਨਾ ਮਰਜ਼ੀ ਕਹਿ ਲਓ, ਬਟ ਐਵਰੀਬੋਡੀ ਨੋ ਦੈਟ ਵੀ ਆਰ ਨਾਟ ਅਵੇਅਰ ਅਬਾਊਟ BIS, ਬਹੁਤ ਜ਼ਿਆਦਾ ਅਵੇਅਰ ਨਹੀਂ ਹੈਗੇ। ਅੱਜ ਤੋਂ 20 ਸਾਲ ਪਹਿਲਾਂ ਇੰਨੇ ਵੀ ਨਹੀਂ ਸੀਗੇ। ਅੱਜ ਤੋਂ 20 ਸਾਲ ਪਹਿਲਾਂ ਤੁਹਾਨੂੰ ਮੈਂ ਦੱਸਿਆ ਚੀਫ ਲੁਧਿਆਣਾ ਸੀ, ਐਟਲੀਸਟ ਅੱਜ 20 ਸਾਲਾਂ ਸਾਡੇ ਇੰਡਸਟਰੀਅਲ ਭਰਾਵਾਂ ਦਾ ਇੰਨਾ ਕੁ ਦਬਦਬਾ, ਇੰਨਾ ਕਿ ਮਿਹਨਤ ਕੀਤੀ ਹੈ ਇਹਨਾਂ ਨੇ ਕਿ ਅੱਜ ਅਸੀਂ ਬ੍ਰਾਂਡ ਲੁਧਿਆਣੇ ਦੇ ਉੱਤੇ ਖੜੇ ਹੋ ਗਏ ਹਾਂ। ਔਰ ਲੁਧਿਆਣੇ 'ਚ ਇੱਕੋ ਹੀ ਇੰਡੀਆ ਸ਼ਹਿਰ ਹੈ ਲੁਧਿਆਣਾ ਜਿਹੜਾ ਚਾਈਨਾ ਨੂੰ ਕੰਪੀਟੀਸ਼ਨ ਕਰਦਾ। ਤੁਸੀਂ ਅੱਜ ਚਲੇ ਜਾਓ ਰੋਹਤਕ ਦੇ ਵਿੱਚ, ਤੁਸੀਂ ਬੰਬੇ ਚਲੇ ਜਾਓ, ਉਹ ਸਾਡੇ ਤੋਂ 20-20 ਰੁਪਏ ਕਿਲੋ ਮਹਿੰਗੇ ਨੇ। ਰੋਹਤਕ ਹੋ ਗਿਆ, ਬੰਬੇ ਹੋ ਗਿਆ, ਸਭ ਤੋਂ ਮਹਿੰਗੇ। LPS ਤਾਂ 300 ਰੁਪਏ ਕਿਲੋ ਤੇ ਹੈ, ਉਹ ਤਾਂ ਸਾਡੇ ਤੋਂ ਡਬਲ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਫਿਰ ਵੀ ਜਿਹੜੀ ਵਰਲਡ ਦੀ ਸਭ ਤੋਂ ਵੱਡੀ ਅਟਰੈਕਸ਼ਨ ਹੁੰਦੀ ਹੈ ਪ੍ਰਾਈਸ ਦੀ, ਉਹਦੇ ਵਿੱਚ ਅਸੀਂ ਵੀ ਯਾਰ ਕਾਮਯਾਬ ਕਿ ਅਸੀਂ ਗਾਹਕ ਨੂੰ ਅਟਰੈਕਟ ਕਰਦੇ। ਠੀਕ ਹੈ ਜੀ। ਹੁਣ ਜੇ ਅਸੀਂ ਕਿਸੇ ਤਰ੍ਹਾਂ ਤੁਹਾਡੇ ਸਾਥ ਨਾਲ ਕੁਆਲਿਟੀ ਇੰਪਰੂਵ ਕਰ ਗਏ ਤਾਂ ਚਾਈਨਾ ਨੂੰ ਨਹੀਂ ਅਸੀਂ ਸਮਝਦੇ ਕੁਛ। ਅੱਜ ਮੈਂ ਤੁਹਾਨੂੰ ਵੈਸੇ ਦੱਸਦਾ ਕਿ ਹੌਟ ਡਿਪ ਗੈਲਵਨਾਈਜ਼ਿੰਗ ਪ੍ਰੋਡਕਟ ਹੈ, ਪ੍ਰੋਡਕਟ C1363 ਪਾਰਟ ਇਹਦੇ ਵਿੱਚ ਆਉਂਦਾ, 1363 ਚ ਆਉਂਦਾ ਹੈ ਪਾਰਟ। ਉਹਦੇ ਵਿੱਚ ਤੁਸੀਂ ਵਰਲਡ ਵਾਈਡ ਚਲੇ ਜਾਓ, ਕਿਤੇ ਵੀ ਜਾ ਕੇ ਕਹਿ ਦਿਓ ਜੀ ਕਿ ਗੈਲਵਨਾਈਜ਼ ਫਾਸਟ ਲੈਣਾ, ਲੱਗਦਾ ਚਾਈਨਾ ਦਾ ਨਹੀਂ ਲੈਣਾ। ਉੱਥੇ ਗ੍ਰੈਵਿਟੀ ਉਹਨਾਂ ਦੀ ਜਿਹੜੀ ਗੈਲਵਨਾਈਜ਼ਿੰਗ ਹੈ ਉਹ ਕਾਮਯਾਬੀ ਨਹੀਂ ਹੈਗੀ ਵਰਲਡ ਵਿੱਚ, ਉਹ ਸਿਰਫ ਲੁਧਿਆਣੇ ਦੀ ਕਾਮਯਾਬ ਹੈ। ਉਹ ਸਾਨੂੰ ਪਤਾ ਲੁਧਿਆਣੇ ਦੇ ਨੈਕਸਟ ਇੰਡਸਟਰੀ ਦੀਪਕ ਬੜੇ ਵੱਡੇ ਘਰਾਣੇ ਹੈਗੇ ਸਾਡੇ ਜਿਨ੍ਹਾਂ ਨੇ ਉਸ ਚੀਜ਼ ਨੂੰ ਉੱਤੇ ਲੈ ਕੇ ਆਏ ਆ। ਉਹ ਵੀ ਇਹਨਾਂ ਦੀ ਮਿਹਨਤ ਦਾ ਸਦਕਾ ਹੀ ਹੈ ਕਿ ਅਸੀਂ ਇਸ ਜਗ੍ਹਾ ਤੇ ਬਹਿ ਕੇ ਇੰਨੀ ਮਹਿੰਗੀ ਕਾਸਟ ਦੇ ਬਾਵਜੂਦ ਅਸੀਂ ਵਰਲਡ 'ਚ ਚੀਪੈਸਟ ਇਨ ਦੈਟ ਪਲੇਸਿਸ। ਤੇ ਅਸੀਂ ਚਾਹੁੰਦੇ ਹਾਂ ਕਿ ਬਾਕੀ ਜਿਵੇਂ ਸਕਰੂਆਂ ਦੇ ਵਿੱਚ ਵੀ ਅਸੀਂ ਅੱਗੇ ਜਾਈਏ, ਕਿਉਂਕਿ ਜਦੋਂ ਅਸੀਂ ਪ੍ਰੋਡਕਟ ਵੇਚਣ ਜਾਂਦੇ ਆ ਨਾ, ਤੇ ਜੇ ਸਾਡਾ ਇੱਕ ਵੀ ਪ੍ਰੋਡਕਟ ਚੀਪ ਨਹੀਂ ਹੋਇਆ ਤਾਂ ਜਦੀ ਉਹ ਚਾਈਨਾ ਵੱਲ ਕਨਵਰਟ ਹੋ ਜਾਂਦੇ। ਤਾਂ ਚਾਈਨਾ ਨੂੰ ਬੀਟ ਕਰਨ ਲਈ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਤੁਸੀਂ ਜਿਹੜੀ ਚਾਈਨਾ ਦੀ ਇੰਪੋਰਟ ਹੈ ਉਹਦੇ ਤੇ ISI ਮਾਰਕ ਜ਼ਰੂਰ ਕਰਾਓ, ਕਿਉਂਕਿ ਉਹ ਐਡਾ ਕੁ ਵੱਡਾ ਇੰਪੋਰਟੈਂਟ ਮੁੱਦਾ ਕਿ ਤੁਸੀਂ ਅੱਜ ਗਿੱਲ ਰੋਡ ਤੇ ਚਲੇ ਜਾਓ, ਸਾਡੇ ਇੱਥੇ ਜਿਹੜੀ ਮਾਰਕੀਟ ਹੈ ਉੱਥੇ ਤੁਹਾਨੂੰ 8.8 ਵਾਲਾ ਮਾਲ, MS ਵਾਲਾ ਮਾਲ 8.8 ਮਿਲੂਗਾ, ਥਿਕਨੈਸ ਘੱਟ ਵਰਕੇ ਮਿਲੂਗੀ। ਤੁਸੀਂ ਪਹਿਲਾਂ ਸਰ ਸਾਨੂੰ ਇਹੀ ਨਹੀਂ ਪਤਾ ਅੱਜ ਤੱਕ ਸਾਡੇ IS ਦੇ ਸਟੈਂਡਰਡ ਕਿੰਨੇ ਆ ਫਾਸਟਨਰ ਦੇ। ਐਪ ਡਾਊਨਲੋਡ ਕਰਦੀ ਵੈਸੇ ਨਹੀਂ ਉਹ ਤਾਂ 20,000 ਦੱਸਦੇ ਤੁਸੀਂ ਸਰ। ਇੱਕ ਸਰ 1363 ਦੇ ਵਿੱਚ ਨਾ ਲੌਕ ਨਟ ਨਹੀਂ ਹੈਗਾ। 1363 ਇਜ਼ ਪਾਰਟ C ਟਾਈਪ ਪ੍ਰੋਡਕਟ ਲਈ ਪਾਰਟ 4 ਹੋਣਾ ਚਾਹੀਦਾ, ਜਿਹਦੇ ਵਿੱਚ ਬੋਲਡ ਲੌਕ ਨਟ ਨਹੀਂ ਹੈਗੇ। ਪਾਰਟ 4 ਚ ਹੈਗਾ, ਉਹ A and B ਹੈ।
ਹਾਈਲਾਈਟ ਕੀਤਾ ਸੀ ਇਹਨਾਂ ਨੇ ਪੁਆਇੰਟ। ਅੱਛਾ ਜੀ ਸਰ 64 ਆ ਉਹ B and C A and B ਪ੍ਰੋਡਕਟ ਆ। ਓਕੇ ਸੋ ਵਾਟ ਆਈ ਅੰਡਰਸਟੈਂਡ ਇਜ਼ ਇਹਦਾ ਕੋਈ ISO ਸਟੈਂਡਰਡ ਵੀ ਨਹੀਂ ਹੈਗਾ ਸਰ, ਸਾਰਾ ਕੁਝ ਹੈਗਾ। ਹੈ 40-35 ਉਹਦਾ ਹੀ ਹੈ, 40-35 ਬਣਾ ਕੇ ਇਹਦੇ ਚ ISO ਸਟੈਂਡਰਡ ਆਲਰੇਡੀ ਫੋਲੋਡ ਬਾਈ IS 10618 ਆਈ ਥਿੰਕ ਮੇਰਾ ਖਿਆਲ 10686 ਨਾ ਉਹ ਹੈਗਾ ਹੈ ਆਲਰੇਡੀ। ਇਹਦੇ ਚ ਨਹੀਂ ਮੈਂ ਤੁਹਾਨੂੰ ਦੱਸਦਾ ਸਰ, ਇਸ਼ੂ ਮੈਂ ਦੱਸਦਾ ਤੁਹਾਨੂੰ। ਇਸ਼ੂ ਇਹ ਹੈ ਕਿ ਅਸੀਂ ਹੌਟ ਡਿਪ ਦੇ ਨਾਲ ਨਾਲ ਅਲਟਰਨੇਟਲੀ ਜ਼ਿੰਕ ਫਲੇਕ ਨੂੰ ਐਡ ਕਰਾਉਣਾ ਚਾਹੁੰਦੇ ਹਾਂ। ਆਰਟੀਐਸ ਨੇ ਆਲਰੇਡੀ ਕਰਤਾ 10.9 ਲਈ, ਲੇਕਿਨ ਹੁਣ ਇਹਦੇ ਚ ਪ੍ਰੋਬਲਮ ਕੀ ਆਉਂਦੀ ਹੈ, 5 ਤੋਂ 8 ਅਪ ਟੂ 40 ਤੱਕ ਚਲੇ ਜਾਂਦੀ ਹੈ। ਹੌਟ ਡਿਪ 48 ਤੋਂ ਉੱਤੇ ਜਾਂਦੀ ਹੈ, 100 ਤੱਕ ਜਾਂਦੀ ਹੈ। ਸੌਲਟ ਸਪਰੇ ਲਾਈਫ ਸਰ ਇਹਦੇ ਚ ਕੀ ਹੈ, ਇਹ ਨਾ ਸਾਡਾ ਤੁਸੀਂ ਕਹਿ ਰਹੇ ਹੋ ISO 10683 ਆਲਰੇਡੀ ਪਬਲਿਸ਼ ਹੈ ਇਹਦੇ ਬਾਰੇ। BIS ਦਾ ਕੋਈ ਸਟੈਂਡਰਡ ਨਹੀਂ, ਦੈਟਸ ਵੈਰੀ ਸਿੰਪਲ ਪ੍ਰੋਸੈਸ, that can be done in BIS। ਪਰ BIS ਨੇ ਫੋਲੋ ਕੀਤਾ ਹੋਇਆ ਸੇਮ IS/BIS ਹੈ, ਆਇਆ ਹੋਇਆ IS ਸਰ ਨਹੀਂ ਮੈਂ ਸਰ ਉਹੀ ਦੱਸਦਾ ਇਸ਼ੂ, ਤੁਸੀਂ ਇਸ਼ੂ ਸੁਣੋ। ਜਿਹੜੇ ਹੌਟ ਡਿਪ ਗੈਲਵਨਾਈਜ਼ ਫਾਸਟਨਰ ਹੈ ਉਹਦੇ ਵਿੱਚ ਇਹ ਸਟੈਂਡਰਡ ਦੇ ਵਿੱਚ ਅਮੈਂਡ ਕਰਨਾ ਪੈਣਾ ਕਿ ਹੌਟ ਡਿਪ ਗੈਲਵਨਾਈਜ਼ ਆਈਦਰ ਜ਼ਿੰਕ ਫਲੇਕ ਸਟੈਂਡਰਡ ਤਾਂ ਆ ਗਿਆ, ਵੀ ਰੈਕਗਨਾਈਜੇਸ਼ਨ ਨਹੀਂ ਆਈ। ਕਿਹੜੇ ਸਟੈਂਡਰਡ ਦੀ ਗੱਲ ਕਰ ਰਹੇ ਹੋ ਸਰ ਦੱਸੋ, ਬੋਲਟ ਵਾਲੀ 12472 12427 ਹਾਂਜੀ ਤੇ 12427 ਤੁਸੀਂ ਅਮੈਂਡਮੈਂਟ ਕਰੋਗੇ ਦੈਨ ਵੀ ਕਨਵਿੰਸ ਦਾ ਪਾਵਰ ਦਾ ਆਪਸ਼ਨ ਪਵਾਨਾ ਹੈਗਾ। ਹਾਂਜੀ ਹਾਂਜੀ ਜ਼ਿੰਕ ਫਲੇਕ ਦਾ ਇੱਕ ਹੌਟ ਡਿਪ ਗੈਲਵਨਾਈਜ਼ ਇੱਕ ਜ਼ਿੰਕ ਫਲੇਕ। ਸੋਲੂਸ਼ਨ ਵਾਸਤੇ ਬਹੁਤ ਵਧੀਆ ਹੈ। ਫਿਊਮਿੰਗ ਹੈ ਜਿਹੜਾ ਹੌਟ ਡਿਪ ਸਰ ਉਹਦੇ ਜਿਹੜਾ ਟੈਂਪਰੇਚਰ ਹੈ 550 ਡਿਗਰੀ ਆ, 550 ਡਿਗਰੀ ਤੇ ਪ੍ਰਾਪਰਟੀਆਂ ਮਿਲ ਜਾਂਦੀਆਂ ਨੇ ਸਟੀਲ ਦੀਆਂ। 10.9 ਤਾਂ ਅਲਾਉ ਹੀ ਨਹੀਂ ਕਰਦੇ ਪਏ। ਉਹਦੇ ਵਿੱਚ ਤੁਸੀਂ ਸਰ ਇਹ ਰੈਫਰੈਂਸ ਪਵਾਉਣਾ ਕਿ 12427 ਦੇ ਵਿੱਚ ਕਿ ਹੌਟ ਡਿਪ ਹੋ ਜਾਵੇ ਜਾਂ ਜ਼ਿੰਕ ਫਲੇਕ ਹੋ ਜਾਵੇ। ਦੀਪਕ ਜੀ ਇੱਕ ਬੜਾ ਵੱਡਾ ਮੁੱਦਾ ਆ ਸਾਡੇ ਪ੍ਰਧਾਨ ਸਾਹਿਬ ਨੇ ਉਠਾਇਆ ਸੀ ਤੇ ਕਿ 77 ਰੁਪਏ ਕਿਲੋ ਬੋਲਟ ਵਿਕੀ ਜਾਂਦਾ, 72 ਰੁਪਏ ਕਿਲੋ ਸਟੀਲ ਦਾ ਪ੍ਰਾਈਸ ਹੈ। ਹੁਣ ਦੇਖੋ ਵੱਡੇ ਘਰਾਂ ਨੇ ਤਾਂ ਆਪਦਾ ਪ੍ਰਾਈਸ ਵਧਾ ਲਿਆ, ਹਾਲਾਂਕਿ GSP ਇਸ ਵੇਲੇ 52-55 ਰੁਪਏ ਸਾਨੂੰ ਮਿਲਣਾ ਚਾਹੀਦਾ ਹੈ ਪਰ ਮਿਲਦਾ ਹੀ ਨਹੀਂ। ਉਹ ਮਿਲਦਾ 72 ਰੁਪਏ 69 ਰੁਪਏ ਕਿਲੋ ਹੈ। ਉਹਨਾਂ ਨੇ ਤਾਂ ਆਪਦਾ ਮੁੱਦਾ ਉਠਾ ਦਿਆ, ਅਸੀਂ ਤਾਂ ਸਾਡੇ ਤਾਂ ਮਾਈ ਬਾਪ ਤੁਸੀਂ ਹੀ ਹੋ ਇਸ ਵੇਲੇ। ਤੇ ਅਸੀਂ ਇਹ ਚਾਹੁੰਦੇ ਹਾਂ ਜਿਹੜੇ ਕਮ ਸੇ ਕਮ ਗਵਰਨਮੈਂਟ ਆਰਗੇਨਾਈਜੇਸ਼ਨ ਐਟਲੀਸਟ ਗਵਰਨਮੈਂਟ ਆਰਗੇਨਾਈਜੇਸ਼ਨ ਤਾਂ ਤੁਹਾਨੂੰ ਐਕਸੈਪਟ ਕਰਨ। ਲੈਣ ਲੱਗੇ 60000 ਪੀਸ ਅਜੇ ਤੁਸੀਂ ਆਪਦਾ ਦੁਖੜਾ ਗਨਾਇਆ, ਇਟ ਇਜ਼ ਨਾਟ ਪੋਸੀਬਲ ਫॉर ਯੂ। ਪਰ ਰਿਐਲਿਟੀ ਪਰ ਉਹ ਰਿਐਲਿਟੀ ਨਾ ਸਰ ਤੁਸੀਂ ਸਾਡੇ ਲਈ ਕੁਝ ਕਰੋ। ਨਹੀਂ ਸਰ ਮੈਂ just answer my question। ਤੁਹਾਨੂੰ 16 ਰੁਪਏ ਦਾ ਕੋਈ ਬੋਲਟ ਕਾਸਟ ਕਰ ਰਿਹਾ, if I ask you to give me in some 8 rupees you will say ਮੈਂ ਸਰ ਦਵਾਂਗਾ ਤੁਹਾਨੂੰ, ਮੈਂ ਕਹਾਂਗਾ ਕੁਆਂਟੀਟੀ ਵਧਾ ਦਿਓ। ਇਹਦੀ ਇੰਪੋਰਟੈਂਸ बहुत है। भाई मेडिकल, अगर मैं मेडिकल डिवाइस की बात करूं, ਇੰਪੈਕਟ ਸਰ ਇੱਕ ਇਹਨਾਂ ਨੇ ਕੁਝ ਸਟੈਂਡਰਡ ਦਾ ਕੁਝ ਐਡ ਕੀਤੇ, ਇਹਨਾਂ ਨੇ ਡੁਪਲੈਕਸ ਐਡ ਕਰ ਲਿਆ, ਆਈ ਥਿੰਕ ਨਾ ਡੁਪਲੈਕਸ ਐਡ ਕਰ ਲਿਆ, 66R ਵੀ ਕਰ ਲਓ, ਬਾਕੀ ਵੀ ਹਜੇ ਥੋੜਾ ਹੁਣ ਕਰਨ ਲੱਗੇ ਹੋ ਵਰਕਿੰਗ। ਤਾਂ ਯੂ ਕੈਨ ਡੂ ASTM ਦਾ ਰੈਫਰੈਂਸ ਲੈ ਕੇ ਦੇਰ ਆਰ ਮੈਨੀ ਅਦਰ ਰॉ ਮਟੀਰੀਅਲ, ਉਹ ਜਿਹਦੇ ਲਈ ਸਾਰਾ ਪੋਲਡੀ ਜਾਂ ਯੂਰਪ ਨੂੰ ਹੀ ਕੰਟੈਕਟ ਕਰਨਾ ਪੈਂਦਾ। ਉਹਦੇ ਲਈ ਰੈਫਰੈਂਸ ਜਦੋਂ ONGC ਜਾਂ ਕੋਈ ਸਰਕਾਰੀ ਬਾਏ ਕਰਦਾ ਉਹ ਫਿਰ ਉਹਨੂੰ ਰੈਫਰੈਂਸ ਮੰਗਦਾ, ਤਾਂ ਉਹ ਸਾਡੇ ਕੋਲ ਹੁੰਦਾ ਨਹੀਂ ਹੈਗਾ। ਪ੍ਰੋਬਲਮ ਇੱਥੇ ਹੈ ਇੰਡੀਆ 'ਚ ਅੱਧਾ ਕਾਨੂੰਨ ਚੱਲਦਾ ਅੱਧਾ ਨਹੀਂ ਚੱਲਦਾ, ਕੋਈ ਡਿਪਾਰਟਮੈਂਟ ਮੰਨਦਾ ਕੋਈ ਡਿਪਾਰਟਮੈਂਟ ਨਹੀਂ ਮੰਨਦਾ। ਨਹੀਂ ਥੋੜਾ ਜਿਹਾ ਜਿਵੇਂ ਆਪਾਂ ਸਾਈਲੋਸ 'ਚ ਰਹਿੰਦੇ ਸਾਰੇ ਡਿਪਾਰਟਮੈਂਟ, ਅਸੀਂ ਸੋਚਦੇ ਸੀ ਅਸੀਂ BIS ਅਸੀਂ ਨਾ ਉਹਦੇ ਨਾਲ ਗੱਲ ਨਹੀਂ ਕਰਨੀ ਹੈ। ਨਾਓ ਦੈਟ ਥਿੰਗਸ ਹੈਵ ਗੋਨ, ਇੰਡਸਟਰੀ ਹੈਜ਼ ਟੂ ਅੰਡਰਸਟੈਂਡ ਦਿਸ, that those days are gone।
ਰਹੀ ਹੈ ਬਾੜ ਕੇ ਉਹ ਨਹੀਂ ਕਰ ਸਕਦੇ ਰਿਕਾਰਡਡ ਹੈ ਸਰ ਮੈਂ ਬਸ ਲਾਸਟ ਹੁਣ ਤੁਹਾਨੂੰ ਵਾਈਂਡ ਅਪ ਕਿਉਂਕਿ ਇੰਨੀਆਂ ਗੱਲਾਂ ਤੁਹਾਨੂੰ ਭੁੱਲ ਜਾਣੀਆਂ ਮੈਂ ਹੁਣ ਲਾਸਟ ਕਹਿੰਦਾ ਸਰ ਲੁਧਿਆਣੇ ਇੱਕ ਸ਼ਹਿਰ ਹੈ ਮਾਈ ਮੈਮਰੀ ਉਹ ਕਹਿੰਦੇ ਨਾ ਦਰਵਾਜ਼ਾ ਖੜਕਾਉਣਾ ਪੈਂਦਾ ਵਾਰ-ਵਾਰ ਤਾਂ ਕਰਕੇ ਮੈਂ ਦੱਸਿਆ ਸਾਡੇ ਸਾਥ ਦੋ ਚਾਰ ਮੁੱਦੇ ਨੇ ਬੜੇ ਲਾਸਟ ਹੀ ਤੁਹਾਨੂੰ ਦੱਸਦਾ ਪਿਆ ਉਹੀ ਰਿਪੀਟ ਹੀ ਕਰਨ ਲੱਗਿਆ ਲੁਧਿਆਣਾ ਇੱਕ ਸ਼ਹਿਰ ਹੈ ਜਿਹੜਾ ਚਾਈਨਾ ਨੂੰ ਕੰਪੀਟੀਟ ਕਰ ਰਿਹਾ ਇਸ ਲਈ ਤੁਸੀਂ ਸਾਡੇ ਕੋਲ ਆ ਕੇ ਇੱਥੇ ਦਿਲ ਖੋਲੋ ਤੇ ਖੁੱਲ ਕੇ ਸਾਨੂੰ ਦੋ ਤਿੰਨ ਚੀਜ਼ਾਂ ਦਾ ਆਸ਼ਵਾਸਨ ਦਿਓ ਇੱਕ ਤਾਂ ਜਿਹੜੇ ਰॉ ਮਟੀਰੀਅਲ ਦੀ ਜਿਹੜੀ ਬਾਇੰਗ ਆ ਇੰਪੋਰਟ ਹੋ ਰਿਹਾ ਆ ਉਹ 'ਚ BIS ਲੱਗਣਾ ਚਾਹੀਦਾ ਹੈ ਨੰਬਰ 1 ਨੰਬਰ 2 ਜਿਹੜਾ ਵੀ ਆ ਇਹਦਾ ਕਰਦੇ ਤੁਸੀਂ ਜੀ ਕਾਸਟ ਆ ਜਿਹੜੀ IS ਦੀ ਕਾਸਟ ਹੈ ਉਹਨੂੰ ਸਾਡੇ ਲਈ ਸਪੈਸ਼ਲੀ ਕਰੋ ਤਾਂ ਜੋ ਜਿਹਦੇ ਵਿੱਚ 20 25 30 50 100 ਅਸੀਂ ਬਲਕ ਦੇ ਵਿੱਚ ਇੱਥੇ ਲਾਇਸੈਂਸ ਲੈ ਸਕੀਏ ਤੇ ਇੱਕ ਨਾ ਜੀ ਸਪੈਸ਼ਲੀ ਮੈਂ ਕਹਾਂਗਾ ਤੁਸੀਂ ਆਪਦੇ ਉੱਤੇ ਨਾ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਸਾਨੂੰ ਅਪਡੇਸ਼ਨ ਨਹੀਂ ਮਿਲਦੀ ਲਾਈਕ ਤੁਸੀਂ ਸਟੈਂਡਰਡ ਅਪਡੇਟ ਕਰ ਲਿਆ ਤੁਸੀਂ ਮੀਟਿੰਗ ਕੀਤੀ ਕਿੰਨੇ ਬੰਦੇ ਆਏ ਆ ਸਾਰੇ 70 ਨਹੀਂ 100 ਬੰਦਾ ਆ ਗਿਆ ਠੀਕ ਹੈ ਜੀ ਪਰ ਇੰਡਸਟਰੀ ਤਾਂ ਸਾਡੀ ਇੱਥੇ ਅਰਾਊਂਡ ਫਾਸਟ ਦੀ ਇੰਡਸਟਰੀ ਘੱਟੋ ਘੱਟ 4000 ਹੋਏਗੀ ਹਾਂ ਉਹਦੇ ਲਈ ਅਸੀਂ ਇਹ ਚਾਹੁੰਦੇ ਆ ਕਿ ਤੁਸੀਂ ਇੱਕ ਛੋਟਾ ਜਿਹਾ ਸੌਫਟਵੇਅਰ ਮਿਲਦਾ ਤੁਹਾਡੇ ਤੋਂ ਅੰਦਰ ਹੀ ਹੋਣਾ ਕਿ ਜਿਹੜੀ ਮੈਸੇਜਿੰਗ ਜਾਣੀ ਐਸੋਸੀਏਸ਼ਨ ਤੋਂ ਮੰਨ ਲਓ 1400 ਮੈਂਬਰ ਆ ਐਸੋਸੀਏਸ਼ਨ ਦੇ ਉਹ ਲਿਸਟ ਲੈ ਕੇ ਸਾਰੇ ਮੈਂਬਰਾਂ ਦਾ ਉਹ ਹੋ ਕੇ ਉਹਨਾਂ ਨੂੰ ਤੁਸੀਂ ਕਰ ਲਓ ਸਾਨੂੰ ਆਪਣੇ ਐਸੋਸੀਏਸ਼ਨ ਦਾ ਈਮੇਲ ਨਹੀਂ ਪਰ ਸਮਝੇ ਨਹੀਂ ਐਸੋਸੀਏਸ਼ਨ ਦੇ ਇਹਨਾਂ ਦੇ ਜਦੋਂ ਹੁੰਦਾ ਹੈ ਆਪਣੇ ਆਪ ਸਭ ਨੂੰ ਡਾਇਰੈਕਟਲੀ ਮੈਸੇਜ ਜਾਣ ਨਾ ਨਹੀਂ ਉਹ ਇਹਨਾਂ ਦੇ ਸੌਫਟਵੇਅਰ 'ਚ ਆਪਸ਼ਨ ਹੈਗੀ ਸਭ ਨੂੰ ਭੇਜਦੇ ਨੇ ਆਲਰੇਡੀ ਇਹ ਜਿਹੜੀ ਸਕਰੂ ਵਾਲੀ ਇੰਡਸਟਰੀ ਹੈ ਇਹ ਬੜੀ ਵੱਡੀ ਇੰਡਸਟਰੀ ਹੈ ਸਰ ਅਗਰ ਨਟ ਬੋਲਟ ਦੇ ਵਿੱਚ ਲਾਈਏ ਤਾਂ 60% ਸਕਰੂ ਹੁੰਦਾ ਤੇ ਬਾਕੀ ਹਾਂ ਯੈਸ ਕਿਉਂਕਿ ਵਰਲਡ ਵਾਈਡ ਜਿੱਥੇ ਵੀ ਲੱਗਣੇ ਆ ਸਕਰੂ ਲੱਗਣੇ ਆ ਨਟ ਬੋਲਟ ਸਿਰਫ ਸਟਰਕਚਰਾਂ 'ਚ ਲੱਗਦੇ ਆ ਬਸ ਸਟਰਕਚਰਾਂ 'ਚ ਹੀ ਲੱਗਦੇ ਨੇ ਇਸ ਕਰਕੇ ਉਹਨੂੰ ਪ੍ਰੋਟੈਕਟ ਕਰਨੇ ਜੇ ਤੁਸੀਂ ISI ਮਾਰਕ ਕਰਤਾ ਨਾ ਇਹ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਹੋ ਜਾਂਦਾ ਚਲੋ ਮੈਂ ਬੜਾ ਧੰਨਵਾਦੀ ਹਾਂ ਜੀ ਐਟਲੀਸਟ 10 ਸਾਲ ਬਾਅਦ ਸੁਣੀ ਗਈ ਕਹਿੰਦੇ ਲੱਗੇ ਰਹੋ ਤਾਂ 10 ਸਾਲ ਬਾਅਦ ਸੁਣੀ ਗਈ ਇਹ ਅੱਛੇ ਆਫੀਸਰ ਆਏ ਤਾਂ ਐਟਲੀਸਟ ਇਹਨਾਂ ਨੇ ਸਾਡੇ ਇੱਥੇ ਆ ਕੇ ਲੁਧਿਆਣੇ ਦੀ ਇੰਡਸਟਰੀ ਨੂੰ ਕੀਤਾ ਤੇ ਮੈਂ ਉਮੀਦ ਕਰਦਾ ਕਿ ਹਰ ਸਾਲ ਇਹ ਸਾਡੇ ਕੋਲ ਐਟਲੀਸਟ ਆਉਂਦੇ ਰਹਿਣਗੇ ਧੰਨਵਾਦ ਬਾਏ